ਤੁਹਾਡੇ ਆਪ 'ਚ ਜ਼ੁਰਤ ਹੈਗੀ ਆ ਨਾ, ਤੁਹਾਡੇ ਆਪ ਦੇ ਵਿੱਚ ਉਹ ਪਾਵਰ ਹੈਗੀ ਆ, ਤੁਹਾਡੇ 'ਚ ਪੈਸ਼ਨ ਹੈਗਾ, नहीं रोक सकता। एंड बिग एग्जाम्पल है सिद्धू मूसेवाला। अज सारी दुनिया ਉਹਦੇ ਪਿੱਛੇ ਲੱਗੀ ਹੋਈ ਆ। मैं नहीं सुनती सी गाने सिद्धू दे। पहला गाना मैं 2017 ਜਦੋਂ ਪਹਿਲੀ ਵਾਰ मैं अमेरिका ਸੀਗੀ और मैं ਉੱਥੇ गाना सुनिया, ਮੈਨੂੰ गाना बहुत पसंद आया। ਤੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ मैं सुनिया। उस तो बाद मैं इन्ना फॉलो नहीं किया कदे, बट आ पिछले 6-7 ਮਹੀਨਿਆਂ ਤੋਂ ਜਾਂ ਸਾਲ ਤੋਂ ਕਹਿ ਲਓ, ਮੈਨੂੰ ਸਿੰਗਰ ਤੋਂ ਬਾਅਦ ਦੀ ਗੱਲ ਹੈ, ਇੱਕ ਇਨਸਾਨ ਦੇ ਤੌਰ ਤੇ ਮੈਂ ਉਸ ਬੰਦੇ ਨੂੰ ਮੈਨੂੰ ਚੰਗਾ ਲੱਗਿਆ। ਉਹ ਘੱਟੋ ਘੱਟ ਬੋਲਦਾ ਤੇ ਹੈ। ਸਾਡੀ ਇੰਡਸਟਰੀ 'ਚ ਤਾਂ ਇਹ ਬੰਦੇ ਸਿੰਗਰ, ਜਿਹੜੇ ਮੁੰਡੇ ਸਿੰਗਰ ਹੈਗੇ, ਉਹਨਾਂ 'ਚ ਗਟਸ ਨਹੀਂ ਹੈਗੇ ਕਿ ਉਹ ਬੋਲ ਸਕਣ। ਉਹਦਾ ਕੁੜੀਆਂ ਦੇ ਵਾਂਗੂ ਐ, ਉਹ ਕੁੱਤਾ ਨਹੀਂ ਜਿਵੇਂ ਪੂੰਛ ਨੂੰ ਦਬਾ ਕੇ ਭੱਜ ਜਾਂਦਾ, ਐ ਬਹਿ ਜਾਂਦਾ। ਉਹ ਸਾਡੇ ਕਰੀਅਰ ਤੇ ਫਰਕ ਪਊਗਾ, ਸਾਨੂੰ ਸ਼ੋਅ ਮਿਲਣੇ ਬੰਦ ਹੋ ਜਾਣਗੇ। ਉਹ ਘੱਟੋ ਘੱਟ ਜੁਰਤ ਵਾਲਾ ਬੰਦਾ ਤਾਂ ਹੈਗਾ, ਬੋਲਦਾ ਤੇ ਹੈ। ਔਰ ਮੈਨੂੰ ਆਹੀ ਚੀਜ਼ ਉਹਦੇ 'ਚ ਚੰਗੀ ਲੱਗੀ ਕਿ ਬੰਦਾ ਬੰਦਿਆਂ ਦੀ ਤਰ੍ਹਾਂ ਹੋਣਾ ਚਾਹੀਦਾ। ਸੋ ਆਹ ਚੀਜ਼ ਮੈਨੂੰ ਚੰਗੀ ਲੱਗੀ ਸਿੱਧੂ ਦੀ, ਇਸ ਕਰਕੇ ਮੈਂ ਉਹਨੂੰ ਐਪਰੀਸ਼ੀਏਟ ਵੀ ਕਰਦੀ ਹਾਂ। ਉਹ ਸਾਰੀ ਦੁਨੀਆ ਨੂੰ, ਸਾਰੀ ਇੰਡਸਟਰੀ ਨੂੰ ਪਤਾ, ਦੁਨੀਆ ਨੂੰ ਵੀ ਪਤਾ, ਆਮ ਦੁਨੀਆ ਨੂੰ ਵੀ, ਉਹ ਕਿਹੜਾ ਗਰੁੱਪ ਇੱਥੇ ਬਕਵਾਸ ਕਰਦਾ। ਉਹ ਹਰ ਇੱਕ ਤੋਂ ਮੱਚਦੇ ਰਹਿੰਦੇ ਆ, ਮਿਰਚਾਂ ਲੱਗਦੀਆਂ ਉਹਨਾਂ ਨੂੰ, ਉਹ ਮੱਚਦੇ 9-11 ਤੋਂ ਵੀ ਮੱਚਦੇ ਆ। ਐਵੇਂ ਮਚੀ ਜਾਣਗੇ, ਕੀ ਫਾਇਦਾ। ਆਪ ਕੁਛ ਕਰ ਨਹੀਂ ਸਕਦੇ ਤੁਸੀਂ ਦੂਜਿਆਂ ਦੀ ਕਮੀਆਂ ਤੁਸੀਂ ਲੱਭਦੇ ਰਹਿੰਦੇ ਹੋ। ਰੋਕ ਲਓ ਫਿਰ, ਆਪਦੇ ਪਿਓ ਨੂੰ ਰੋਕ ਲਓ, ਜਾ ਕੇ ਜਾਓ, ਜੇ ਉਹ ਰੋਕ ਸਕਦੇ ਹੋ ਤਾਂ। ਸਹੀ ਟੱਕਰਿਆ ਤੁਹਾਨੂੰ ਬੰਦਾ। ਹੁਣ ਜੇ ਮੇਰੇ ਤੋਂ ਬਾਅਦ ਕੋਈ ਬੋਲਣ ਵਾਲਾ ਆਇਆ ਤਾਂ ਉਹੀ ਆਇਆ, ਫਿਰ ਤੇ ਸਵਾਦ ਲਿਆਇਆ ਪਿਆ ਉਹਨੇ, ਨੇਰੀ ਲਿਆਈ ਪਈ ਆ। ਜੋ ਦਿਖਦਾ ਹੈ ਨਾ ਇਸ ਇੰਡਸਟਰੀ ਦੇ ਵਿੱਚ, ਉਹ ਹੁੰਦਾ ਨਹੀਂਗਾ, ਉਹ ਬਿਲਕੁਲ ਨਹੀਂ ਹੁੰਦਾ। ਇੱਥੇ ਗਰੁੱਪਿਜ਼ਮ ਬਣੇ ਹੋਏ ਆ, ਇੱਥੇ ਗੁੱਟਵਾਦ, ਇੱਥੇ ਜਿਹੜੀ ਗਰੁੱਪਿਜ਼ਮ ਦੀ ਗੱਲ ਅਸੀਂ ਹੁਣ ਨਿਊਜ਼ 'ਚ ਦੇਖ ਰਹੇ ਹਾਂ। ਸੁਸ਼ਾਂਤ ਜਿਹਨੇ ਇੰਨਾ ਵੱਡਾ ਸਟੈਪ ਲਿਆ, ਇੰਨਾ ਟੈਲੈਂਟਡ ਹੋਣ ਦੇ ਬਾਵਜੂਦ, ਇੰਨਾ ਕੰਮ, ਇੰਨੀ ਅੱਛੀਆਂ ਮੂਵੀਜ਼, ਲੋਕੀ ਤਰਸਦੇ ਆ ਉਸ ਚੀਜ਼ ਨੂੰ ਕਿ ਸਾਨੂੰ ਦੁਨੀਆ ਜਾਣੇ, ਸਾਨੂੰ ਬਾਲੀਵੁੱਡ ਦੇ ਵਿੱਚ ਐਂਟਰੀ ਮਿਲੇ। ਉਹ ਬੰਦਾ ਬਾਲੀਵੁੱਡ 'ਚ ਕੰਮ ਵੀ ਕਰ ਚੁੱਕਿਆ, ਉਹ ਹਿੱਟ ਵੀ ਫਿਲਮਾਂ ਦੇ ਚੁੱਕਿਆ, ਉਸ ਤੋਂ ਬਾਅਦ ਵੀ ਉਹਨੂੰ ਇਹ ਸਟੈਪ ਕਿਉਂ ਚੱਕਣਾ ਪਿਆ? ਕਿਉਂਕਿ ਸਾਡੀ ਇੰਡਸਟਰੀ ਦੇ ਵਿੱਚ ਕੁਝ ਇਹੋ ਜਿਹੇ ਸੱਪ ਹੁੰਦੇ ਆ, ਉਹ ਤੁਹਾਨੂੰ ਡੰਗਦੇ ਹੀ ਰਹਿੰਦੇ ਆ। ਉਹ ਨਹੀਂ ਚਾਹੁੰਦੇ। ਕਈ ਸੀਨੀਅਰ ਵੀ ਅਸੀਂ ਲਾ ਸਕਦੇ ਹਾਂ, ਸੀਨੀਅਰ ਇਹੋ ਜਿਹੇ ਹੁੰਦੇ ਆ ਕਿ ਉਹ ਕਈ ਫਸੀ ਜਿਹੇ ਹੁੰਦੇ ਨੇ ਬਹੁਤ ਜ਼ਿਆਦਾ, ਕਿ ਸਾਡੇ ਤੋਂ ਅੱਗੇ ਨਾ ਕੋਈ ਨਿਕਲੇ, ਕੋਈ ਨਵਾਂ ਆਇਆ ਨਿਊ ਕਮਰ ਸਾਡੇ ਤੋਂ ਅੱਗੇ ਨਾ ਨਿਕਲ ਜੇ। ਔਰ ਇਹਦਾ ਬਹੁਤ ਵੱਡਾ ਐਗਜ਼ਾਮਪਲ ਅੱਜ ਦੇ ਦਿਨ ਤੁਹਾਡੇ ਸਾਹਮਣੇ ਹੈਗਾ। ਨਾਮ ਨਹੀਂ ਲਊਂਗੀ, ਪਰ ਤੁਸੀਂ ਸਾਰੇ ਸਮਝ ਜਾਓਗੇ ਕਿ ਕੌਣ। ਫਿਰ ਐਵੇਂ ਨਾ ਕਹਿ ਦਿਓ ਵੀ ਐਵੇਂ ਪਬਲਿਸਿਟੀ ਲਈ ਰੁਪਿੰਦਰ ਕੁਛ ਬੋਲਦੀ ਹੈ। ਮੈਂ ਕਿਸੇ ਦਾ ਨਾਮ ਨਹੀਂ ਲੈਣਾ। ਸੋ ਪਬਲਿਸਿਟੀ ਦੀ ਮੈਨੂੰ ਕੋਈ ਲੋੜ ਨਹੀਂ ਹੈਗੀ। ਅਗਰ ਪਬਲਿਸਿਟੀ ਕਰਨੀ ਹੁੰਦੀ ਤਾਂ 1 ਸਾਲ ਮੈਂ ਐਵੇਂ ਆਪਣੇ ਆਪ ਨੂੰ ਨਾ ਦਿੰਦੀ। 1 ਸਾਲ ਮੈਂ ਸਿਰਫ ਆਪਣੇ ਆਪ ਨੂੰ ਦਿੱਤਾ। ਲੋਕਾਂ ਨੂੰ ਖੁਸ਼ ਕਰਨ ਨਾਲੋਂ ਪਹਿਲਾਂ ਆਪਣੇ ਆਪ ਨੂੰ ਖੁਸ਼ ਕਰੋ। ਆਪਣੇ ਅੰਦਰ ਦੀ ਜਿਹੜੀ ਇੱਕ ਸ਼ਾਂਤੀ ਹੁੰਦੀ ਹੈ ਨਾ, ਬੜੀ ਜ਼ਰੂਰੀ ਹੈ। ਲੋਕਾਂ ਲਈ ਤਾਂ ਬਹੁਤ ਕੰਮ ਕੀਤਾ, ਗਾਣੇ ਬਹੁਤ ਬਣਾਏ ਆ, ਤੇ ਸੋ ਇਸ ਵੇਲੇ ਇੰਡਸਟਰੀ 'ਚ ਬਹੁਤ ਸਾਰੇ ਐਸੇ ਨਾਮ ਹੈ, ਬਹੁਤ ਸਾਰੇ ਐਸੇ ਹੋਣਗੇ ਜਿਹੜੇ ਆਉਣਾ ਚਾਹੁੰਦੇ ਆ ਵੀ ਗਏ ਆ, ਬਟ ਫਿਰ ਉਹ ਘਰੇ ਬੈਠੇ ਆ ਆਪਣੇ। ਤੇ ਮੈਂ ਗੱਲ ਕਰ ਰਹੀ ਹਾਂ ਜਿਹੜੇ 4-5 ਸਾਲਾਂ ਤੋਂ ਪਿਛਲਿਆਂ ਤੋਂ ਸਟਰਗਲ ਕਰ ਰਹੇ ਆ। ਔਰ ਹਰ ਇੱਕ ਬੰਦੇ ਦੇ ਵਿੱਚ ਹਾਰ ਨੂੰ ਅਪਣਾਉਣ ਦੀ ਨਾ ਐਕਸੈਪਟੈਂਸ ਨਹੀਂ ਹੁੰਦੀ। ਉਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਪਾਉਂਦਾ। ਹਰ ਇੱਕ ਬੰਦੇ ਨੂੰ ਪਹੁੰਚਾਉਣਾ ਨਹੀਂ ਆਉਂਦਾ। ਸਿਰਫ ਹਿੱਟ ਹੋਣਾ ਉਹ ਡਾਈਜੈਸਟ ਕਰ ਲੈਂਦੇ ਆ, ਪਰ ਹਰ ਇੱਕ ਬੰਦੇ ਨੂੰ ਹਾਰ ਨੂੰ ਪਹੁੰਚਾਉਣਾ ਨਹੀਂ ਆਉਂਦਾ। ਔਰ ਨਾ ਹੀ ਇਹ ਸ਼ਾਇਦ ਸਿਖਾਇਆ ਜਾਂਦਾ ਕਿ ਹਾਰ ਨੂੰ, ਕਿਉਂਕਿ ਜਿੱਤ ਹੈਗੀ ਤੇ ਹਾਰ ਵੀ ਤੁਹਾਡੀ ਨਾਲ ਹੀ ਹੋਊਗੀ। ਸੋ ਕਿੰਨੇ ਹੀ ਅਸੀਂ ਕੇਸਿਸ ਦੇਖਦੇ ਹਾਂ ਸਟੂਡੈਂਟਸ ਦੇ, ਜਿਹੜੇ ਸਟੂਡੈਂਟਸ ਬਹੁਤ ਹਾਇਰ ਉਹਨਾਂ ਤੋਂ ਐਕਸਪੈਕਟੇਸ਼ਨਸ ਰੱਖੀਆਂ ਜਾਂਦੀਆਂ, ਚਾਹੇ ਪੇਰੈਂਟਸ ਵੱਲੋਂ ਹੋਣ, ਚਾਹੇ ਸਾਡੇ
ਉਹਨਾਂ ਤੇ ਵੈਸੇ ਹੀ ਪ੍ਰੈਸ਼ਰ ਬਣਾ ਦਿੱਤਾ ਜਾਂਦਾ, ਉਹ ਆਲੇ ਦੁਆਲੇ ਵਾਲੇ ਲੋਕੀ ਕੀ ਕਹਿਣਗੇ, ਉਹ ਪੜੋਸੀ ਕੀ ਕਹਿਣਗੇ, ਉਸ ਪ੍ਰੈਸ਼ਰ ਦੇ ਵਿੱਚ ਦੇ ਕਮਿਟ ਸੁਸਾਈਡ। ਕਿੰਨੇ ਨੇ ਹੋਣਹਾਰ ਸਟੂਡੈਂਟਸ ਆਪਣੀ ਜਾਨ ਗਵਾ ਲੈਂਦੇ ਆ। ਸੋ ਮੇਰੇ ਖਿਆਲ ਉਹਨਾਂ ਦੇ ਉੱਤੇ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ ਕਿਸੇ ਵੀ ਚੀਜ਼ ਦਾ। ਔਰ ਮੈਨੂੰ ਇਹ ਲੱਗਦਾ ਕਿ ਮੈਂ ਲੋਕਾਂ ਤੋਂ ਵੀ ਇੱਕ ਅਪੀਲ ਕਰਨਾ ਚਾਹੂੰਗੀ ਕਿ ਜੋ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਹੈਗਾ, ਕੋਈ ਵੀ ਇਨਸਾਨ, ਕੋਈ ਆਰਟਿਸਟ ਹੈ, ਚਾਹੇ ਉਹ ਨੋਰਮਲੀ ਹੀ ਅਸੀਂ ਇੱਕ ਭਾਵੇਂ ਕੋਈ ਵੀ ਇਨਸਾਨ ਹੈ, ਉਹਨੂੰ ਉਸੇ ਤਰ੍ਹਾਂ ਐਕਸੈਪਟ ਕਰੋ ਜਿਸ ਤਰ੍ਹਾਂ ਦਾ ਉਹ ਹੈਗਾ। ਉਹਦੇ ਤੋਂ ਉਹਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ, ਉਸ ਵੇਲੇ ਪ੍ਰੋਬਲਮ ਸ਼ੁਰੂ ਹੁੰਦੀ ਹੈ। ਔਰ ਆਰਟਿਸਟ ਆਪਣੇ ਆਪ ਤੋਂ ਬਹੁਤ ਜ਼ਿਆਦਾ ਐਕਸਪੈਕਟ ਕਰਨਾ ਸ਼ੁਰੂ ਕਰ ਦਿੰਦਾ। ਇੱਕ ਗਾਣਾ ਛੋਟਾ ਜਿਹਾ ਹਿੱਟ ਕੀ ਹੋ ਗਿਆ, ਉਸ ਤੋਂ ਬਾਅਦ ਤਾਂ ਬਸ ਉਸ ਤੋਂ ਬਾਅਦ ਹਾਰ ਨਹੀਂ ਐਕਸੈਪਟ ਕਰਨਾ ਚਾਹੁੰਦਾ ਕੋਈ ਵੀ ਕਿ ਓਕੇ ਅਗਰ ਫਲॉप ਵੀ ਹੈਗਾ ਤਾਂ ਉਹ ਚੀਜ਼ ਬਰਦਾਸ਼ਤ ਨਹੀਂ ਹੁੰਦੀ ਕਿਸੇ ਤੋਂ। ਔਰ ਉਸ ਡਿਪਰੈਸ਼ਨ ਦੇ ਵਿੱਚ ਕੋਈ ਵੀ ਸਟੈਪ ਚੱਕ ਸਕਦਾ ਹੈ, ਜਾਂ ਤਾਂ ਆਪਣੇ ਆਪ ਨੂੰ ਤੰਗ ਕਰਨਾ ਸ਼ੁਰੂ ਕਰੇਗਾ, ਹਮੇਸ਼ਾ ਸੈਡ ਰਹਿਣ ਲੱਗ ਜੂਗਾ, ਮਾਯੂਸ ਰਹਿਣ ਲੱਗ ਜੂਗਾ, ਕਿਸੇ ਨਾਲ ਗੱਲ ਨਹੀਂ ਕਰੂਗਾ, ਹੱਸਦਾ ਨਹੀਂ ਆ, ਉਹ ਲੋਕਾਂ ਦੇ ਵਿੱਚ ਜਾਣਾ ਛੱਡ ਦੂਗਾ। ਮਤਲਬ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਡਿਪਰੈਸ਼ਨ ਦੇ ਬਹੁਤ ਸਾਰੇ ਸਿੰਪਟਮਸ ਹੁੰਦੇ ਆ। ਸੋ ਤੁਹਾਡੇ ਵੀ ਅਗਰ ਆਲੇ ਦੁਆਲੇ ਕੋਈ ਇਸ ਤਰ੍ਹਾਂ ਦਾ ਇਨਸਾਨ ਹੈਗਾ ਜਿਹੜਾ ਬਹੁਤ ਚੁੱਪਚਾਪ ਰਹਿੰਦਾ ਹੈ, ਉਹਦੇ ਨਾਲ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਜਿਹੜਾ ਵੀ ਬੰਦਾ ਡਿਪਰੈਸ਼ਨ 'ਚ ਹੁੰਦਾ ਬਹੁਤ ਘੱਟ ਲੋਕਾਂ ਨਾਲ ਗੱਲ ਕਰਦਾ, ਉਹ ਸ਼ਾਇਦ ਆਪਣੇ ਅੰਦਰ ਰੱਖ ਕੇ ਹੀ ਚਲਾ ਜਾਂਦਾ ਇਸ ਦੁਨੀਆ ਤੋਂ। ਸੋ ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗੀ, ਕੋਈ ਕਿਸੇ ਦਾ ਵੀ ਫੈਨ ਹੁੰਦਾ ਨਾ, ਆਵਾਜ਼ ਇੱਥੇ ਮੈਂ ਕਮੈਂਟ ਪੜ੍ਹ ਰਹੀ ਸੀ, ਆਵਾਜ਼ ਤਾਂ ਬੜੀ ਅੱਛੀ ਆ ਬਟ ਬਲਾ ਬਲਾ ਬਲਾ, ਤੇ ਆਵਾਜ਼ ਨੋ ਡਾਊਟ ਮੈਨੂੰ ਵੀ ਪਤਾ ਕਿ ਮੇਰੀ ਬਹੁਤ ਅੱਛੀ ਆ, ਇਹ ਮੈਂ ਸਾਰੀ ਜਗ੍ਹਾ ਤੋਂ ਸੁਣਦੀ ਹਾਂ। ਇਹ ਜਿਹੜੀ ਤੁਸੀਂ ਗੱਲ ਕਹੀ ਆ, ਇਹ ਮੈਂ ਪਤਾ ਨਹੀਂ ਕਿੰਨੇ ਹਜ਼ਾਰਾਂ ਲੋਕਾਂ ਤੋਂ ਸੁਣ ਲਈ ਹੋਣੀ ਆ, ਜਿਹੜੇ ਮੇਰੇ ਨਾਲ ਵੀ ਇਵਨ ਕਲੀਗ ਵੀ ਹੈਗੇ ਆ, ਮੇਰੇ ਕਲੀਗ ਵੀ ਇਹ ਗੱਲ ਕਰਦੇ ਆ। ਸੋ ਬਹੁਤ ਸੁਣੀ ਆ ਗੱਲ ਮੈਂ, ਤੇ ਹਰ ਇੱਕ ਬੰਦਾ ਕਹਿੰਦਾ ਆਵਾਜ਼ ਬਹੁਤ ਅੱਛੀ ਆ, ਆਵਾਜ਼ ਬੜੀ ਫਿਲਮੀ ਆਵਾਜ਼ ਹੈ, ਬੜੀ ਫਿਲਮੀ ਆਵਾਜ਼ ਹੈ। ਮੈਂ ਤੰਗ ਹੋ ਗਈ ਸੀ ਇਹ ਗੱਲ ਸੁਣ ਕੇ, ਫਿਲਮੀ ਆਵਾਜ਼ ਹੈ। ਬਟ ਇੱਥੇ ਕੰਮ ਉਹਨੂੰ ਹੀ ਮਿਲਦਾ ਜਿਹੜਾ ਜੀ ਹਜ਼ੂਰੀ ਕਰਦਾ। ਉਹ ਭਾਜੀ ਉਹ ਆਪਾਂ ਗਾਣਾ ਚੱਲ ਜੂਗਾ ਭਾਜੀ, ਕੋਈ ਟੈਨਸ਼ਨ ਹੀ ਨਹੀਂ ਭਾਜੀ। ਆਹ ਵੇਖੋ ਤੁਹਾਡੇ ਲਈ ਰੋਲੈਕਸ ਦੀ ਘੜੀ ਲੈ ਕੇ ਆਇਆ ਭਾਜੀ, ਆਹ ਦੇਖੋ ਸ਼ਰਟ ਲਿਆਂਦੀ ਤੁਹਾਡੇ ਲਈ ਭਾਜੀ, ਆਹ ਦੇਖੋ ਪਰਫਿਊਮ ਵੇਖੋ ਭਾਜੀ। ਸੋ ਆਹ ਚੀਜ਼ਾਂ ਨਾ ਮੈਨੂੰ ਕਰਨੀਆਂ ਨਹੀਂ ਆਈਆਂ ਇੰਡਸਟਰੀ ਦੇ ਵਿੱਚ, ਨਹੀਂ ਤਾਂ ਫਿਲਮਾਂ ਦੀ ਤਾਂ ਝੜੀ ਇੱਥੇ ਵੀ ਲੱਗ ਜਾਣੀ ਸੀਗੀ। ਸੋ ਇਹ ਸਭ ਨਾ ਲਿੰਕ ਬੇਸ ਕੰਮ ਹੁੰਦੇ ਆ। ਸਾਡੀ ਇੰਡਸਟਰੀ ਸਿਰਫ ਲਿੰਕਸ ਤੇ ਚੱਲਦੀ ਆ। ਅਗਰ ਤੁਸੀਂ ਕਿਸੇ ਨਾਲ ਕੰਟੈਕਟ ਦੇ ਵਿੱਚ ਨਹੀਂ ਹੈਗੇ ਹੋ, ਜਾਂ ਤੁਸੀਂ ਕਿਸੇ ਨੂੰ ਐਂਟਰਟੇਨ ਨਹੀਂ ਕਰਦੇ ਇੰਡਸਟਰੀ ਦੇ ਵਿੱਚ, ਸੋ ਮੇਰੀ ਸਭ ਤੋਂ ਵੱਡੀ ਪ੍ਰੋਬਲਮ ਜਾਂ ਮੇਰੀ ਖਾਸੀਅਤ ਕਹਿ ਲਓ ਇਹ ਰਹੀ ਹੈ ਕਿ ਮੈਂ ਕਿਸੇ ਨੂੰ ਐਂਟਰਟੇਨ ਨਹੀਂ ਕਰਦੀ ਪੂਰੀ ਇੰਡਸਟਰੀ ਦੇ ਵਿੱਚ। ਮੇਰਾ ਕਿਸੇ ਨਾਲ ਰਾਬਤਾ ਨਹੀਂ ਹੈਗਾ, ਮੈਂ ਕਿਸੇ ਦੇ ਨਾਲ ਵੀ ਬਹੁਤ ਘੱਟ ਲੋਕ ਨੇ। ਮੇਰੀ ਖੁਸ਼ਕਿਸਮਤੀ ਰਹੀ ਆ ਕਿ ਮੈਂ ਜਦੋਂ ਸ਼ੁਰੂਆਤੀ ਟਾਈਮ ਦੇ ਵਿੱਚ ਮੇਰੀ ਜਦੋਂ ਬਿਗਨਿੰਗ ਇਸ ਇੰਡਸਟਰੀ ਦੇ ਵਿੱਚ ਹੋਈ ਆ, ਤੇ ਮੈਂ ਬਹੁਤ ਸੀਨੀਅਰ ਆਰਟਿਸਟਾਂ ਦੇ ਨਾਲ, ਮੈਂ ਉਹਨਾਂ ਦੇ ਨਾਲ ਸਟੇਜਾਂ 'ਤੇ ਇੱਕੋ ਸਟੇਜ 'ਤੇ ਪਰਫੋਰਮ ਕੀਤਾ। ਮੈਂ ਕੈਨੇਡਾ ਤੋਂ ਮੈਂ ਗੱਲ ਕਰੂੰਗੀ, ਕੈਨੇਡਾ ਤੋਂ ਸ਼ੁਰੂਆਤ ਹੋਈ। ਤਾਂ ਮੈਂ ਯੂ ਨੇਮ ਇਟ, ਮੈਂ ਮਤਲਬ ਹਰ ਇੱਕ ਉਹ ਆਰਟਿਸਟ ਜਿਹੜਾ ਅੱਜ ਤੋਂ 15 ਸਾਲ ਪਹਿਲਾਂ ਜਾਂ 20 ਸਾਲ ਪਹਿਲਾਂ ਬਹੁਤ ਹਿੱਟ ਸੀ, ਜਾਂ ਅੱਜ ਤਾਂ ਚਲੋ ਦੌਰ ਹੀ ਬਦਲ ਗਿਆ, ਅੱਜ ਤਾਂ ਲੋਕਾਂ ਦੀ ਚੋਇਸ ਵੀ ਬਦਲ ਗਈ ਹੈ, ਤਾਂ ਸਭ ਕੁਝ ਬਦਲ ਗਿਆ, ਗਾਣਿਆਂ ਦੇ ਸਟਾਈਲ ਬਦਲ ਗਿਆ, ਲਿਰਿਕਸ ਦਾ ਸਟਾਈਲ ਬਦਲ ਗਿਆ, ਹਰ ਚੀਜ਼ ਬਦਲ ਗਈ ਆ। ਸੋ ਟਾਈਮ ਦੇ ਨਾਲ ਨਾਲ ਹਰ ਚੀਜ਼ ਚੇਂਜ ਹੁੰਦੀ ਆ, ਮਿਊਜ਼ਿਕ ਵੀ ਚੇਂਜ ਹੁੰਦਾ। ਬਟ ਮੈਂ ਅੱਜ ਤੋਂ 10 ਸਾਲ ਪਹਿਲਾਂ ਹਰ ਇੱਕ ਉਸ ਹਿੱਟ ਆਰਟਿਸਟ ਦੇ ਨਾਲ ਜਾਂ ਸੀਨੀਅਰ ਆਰਟਿਸਟ ਦੇ ਨਾਲ, ਜਿਨ੍ਹਾਂ ਦਾ ਜਿਹੜੇ ਡਰੀਮ ਕਰਦੇ ਸੀਗੇ ਆਰਟਿਸਟ, ਨਵੇਂ ਆਉਂਦੇ ਸੀਗੇ ਕਿ ਇਹਨਾਂ ਦੇ ਨਾਲ ਹੈ ਨਾ ਮੈਨੂੰ ਮੌਕਾ ਮਿਲੇ, ਸੋ ਮੈਂ ਉਹਨਾਂ ਨਾਲ ਸਟੇਜ ਸ਼ੇਅਰ ਕੀਤੀ ਆ। ਔਰ ਰਿਸਪੈਕਟਫੁਲੀ ਉਹ ਗੱਲ ਕਰਦੇ ਸੀਗੇ। ਅੱਜ ਕੱਲ੍ਹ ਤੇ ਆਰਟਿਸਟ ਇੱਕ ਦੂਜੇ ਨੂੰ ਸਿਰਫ ਇਸ ਕਰਕੇ ਬੁਲਾਉਂਦੇ ਆ ਕਿ ਮਤਲਬ ਹੈ, ਸਿਰਫ ਮਤਲਬ ਹੈ, ਰਿਸਪੈਕਟ ਨਹੀਂ ਹੈਗੀ। ਹੁਣ ਇੱਕ ਦੂਸਰੇ ਨੂੰ ਵੀ ਮੇਰੇ ਖਿਆਲ ਇੰਨਾ ਰਿਸਪੈਕਟ ਨਹੀਂ ਦਿੰਦੇ। ਸੋ ਅਸੀਂ ਕੁੜੀਆਂ ਅਸੀਂ 4-5 ਕੁੜੀਆਂ ਹੈਗੀਆਂ, ਅਸੀਂ ਕੰਟੈਕਟ ਦੇ ਵਿੱਚ ਹੈਗੀਆਂ ਇੰਡਸਟਰੀ ਦੀਆਂ। ਲਾਈਕ ਮੈਂ ਨਾਮ ਦੱਸਣ 'ਚ ਮੈਨੂੰ ਕੋਈ ਹਰਜ਼ ਨਹੀਂ ਹੈਗਾ, ਸੁਨਿੰਦਾ ਹੈ, ਕੌਰਬੀ ਆ, ਗੁਰਲੀਜ਼ ਅਖਤਰ, ਮੰਨਤ ਨੂਰ, ਅਸੀਂ ਸਾਡਾ 4-5 ਜਣਿਆਂ ਦਾ ਹੈਗਾ ਕਿ ਅਸੀਂ ਕੰਟੈਕਟ ਦੇ ਵਿੱਚ ਹੈਗੇ ਹਾਂ। ਬਟ ਅਸੀਂ ਸਾਰੇ ਹਮੇਸ਼ਾ ਇੱਕੋ ਹੀ ਫੀਲ ਕਰਦੇ ਹਾਂ ਗੱਲ ਕਿ ਜਿਹੜੀ ਮੈਜੋਰਟੀ ਮੁੰਡਿਆਂ ਦੇ ਵਿੱਚ ਹੈਗੀ ਆ, ਉਹ ਕੁੜੀਆਂ ਦੇ ਵਿੱਚ ਕਿਉਂ ਨਹੀਂ ਹੈਗੀ।
ਕੁੜੀਆਂ ਕਿਉਂ ਨਹੀਂ ਇਕੱਠੀਆਂ ਹੁੰਦੀਆਂ, ਕੁੜੀਆਂ 'ਚ ਜੈਲਸ ਖਤਮ ਹੋਏ ਇੱਕ ਦੂਸਰੇ ਲਈ, ਤਾਂ ਉਸ ਤੋਂ ਬਾਅਦ ਉਹ ਇਕੱਠੀਆਂ ਵੀ ਹੋਣ। ਇੱਥੇ ਮੇਰੇ ਨਾਲ ਵੀ ਜਦੋਂ 2-4 ਵਾਰ ਜੋ ਵੀ ਇੱਦਾਂ ਦਾ ਕੋਈ ਮੌਕਾ ਆਇਆ ਵੀ ਇੱਦਾਂ ਦੀ ਕੰਟਰੋਵਰਸੀਜ਼ ਹੋਈਆਂ, ਤੇ ਕੁੜੀਆਂ ਜਿਹੜੀਆਂ ਗਾਣਿਆਂ ਦੇ ਵਿੱਚ ਆਪਣੇ ਆਪ ਨੂੰ ਬੜੀਆਂ ਘੈਂਟ ਦਿਖਾਉਂਦੀਆਂ ਨੇ, ਕੁੜੀਆਂ ਦੇ ਹੱਕਾਂ ਦੀ ਗੱਲ ਕਰਦੀਆਂ, ਹੈ ਨਾ, ਇਹੋ ਜਿਹੀ ਕੁਝ ਸਿੰਗਰਸ ਹੈਗੀਆਂ, ਉਹਨਾਂ ਨੇ ਮੈਨੂੰ ਸਪੈਸ਼ਲ ਮੈਸੇਜ ਕਰਕੇ ਕਿਹਾ ਤੁਹਾਨੂੰ ਕੀ ਲੋੜ ਸੀਗੀ ਬੋਲਣ ਦੀ। ਉੱਦਾਂ ਤੁਸੀਂ ਕੁੜੀਆਂ ਨੂੰ ਬੜੇ, ਕੁੜੀਆਂ ਦੀ ਦਲੇਰੀ ਲਈ, ਕੁੜੀਆਂ ਦੇ ਹੱਕ 'ਚ ਖੜੇ ਹੁੰਦੇ ਹੋ, ਇਕੁਐਲਿਟੀ ਦੀ ਗੱਲ ਕਰਦੀਆਂ ਹੋ ਤੁਸੀਂ, ਬਟ ਤੁਸੀਂ ਖੁਦ ਅੰਦਰੋਂ ਕੀ ਹੈਗੇ, ਦੈਟ ਮੀਨ ਸ਼ੋਸ਼ਾ ਸਭ। ਅਗਰ ਮੈਂ ਕੋਈ ਗੱਲ ਕਰਦੀ ਹਾਂ, ਮੈਂ ਅਗਰ ਕਿਸੇ ਕੁੜੀ ਦੇ ਹੱਕ ਦੇ ਵਿੱਚ ਗੱਲ ਕਰਦੀ ਹਾਂ, ਤੁਸੀਂ ਕੁੜੀਆਂ ਦੇ ਹੱਕ 'ਚ ਗੱਲ ਕਰਦੇ ਹੋ, ਬਟ ਤੁਸੀਂ ਜਦੋਂ ਕਿਸੇ ਕੁੜੀ ਇੰਡਸਟਰੀ ਦੀ ਤੁਹਾਡੀ ਕਲੀਗ ਦੇ ਨਾਲ ਕੋਈ ਗੱਲ ਹੁੰਦੀ ਹੈ, ਦੈਨ ਤੁਸੀਂ ਕਿਸੇ ਗੱਲ 'ਤੇ ਹੀ ਨਹੀਂ ਆਉਂਦੇ, ਤੁਸੀਂ ਉੱਥੋਂ ਪਤਲੀ ਗਲੀ ਤੋਂ ਨਿਕਲ ਲੈਂਦੇ ਹੋ। ਇਹ ਗੱਲ ਕਹਿ ਕੇ ਪਬਲਿਸਿਟੀ ਹੈ ਜਾਂ ਉਹ ਸਟੰਟ ਵੀ ਹੋ ਸਕਦਾ ਕਿਸੇ ਦਾ। ਜਦੋਂ ਖੁਦ 'ਤੇ ਬੀਤਦੀ ਹੈ ਫਿਰ ਪਤਾ ਲੱਗਦਾ ਕਿ ਕੀ ਫੇਸ ਕਰਨਾ ਪੈਂਦਾ, ਜਾਂ ਕਿਉਂਕਿ ਸਾਡੀਆਂ ਵੀ ਫੈਮਲੀਜ਼ ਹੈਗੀਆਂ, ਅਸੀਂ ਵੀ ਇੱਕ ਵਧੀਆ ਫੈਮਲੀਜ਼ ਤੋਂ ਆਉਂਦੇ ਹਾਂ। ਕਿਸੇ ਦਾ ਕੋਈ ਵੀ ਪ੍ਰੋਫੈਸ਼ਨ ਹੋ ਸਕਦਾ, ਬਟ ਕੁਛ ਵੀ ਕਹਿਣ ਤੋਂ ਪਹਿਲਾਂ ਤੁਸੀਂ ਇਹ ਸੋਚੋ ਕਿ ਉਹ ਵੀ ਕਿਸੇ ਘਰ ਦੀ ਧੀ ਭੈਣ ਕੋਈ ਹੋਊਗੀ। ਸੋ ਇੱਕ ਵੱਖਰਾ ਟੌਪਿਕ ਹੈ, ਇਹਦੇ ਤੇ ਫਿਰ ਕਦੇ ਗੱਲ ਕਰਾਂਗੇ। ਪਰ ਮੈਜੋਰਟੀ ਦੀ ਗੱਲ ਕਰ ਰਹੀ ਸੀ, ਮੈਜੋਰਟੀ ਨਹੀਂ ਆ। ਸੋ ਅਸੀਂ ਫੀਲ ਕਰਦੀਆਂ ਕਿ ਫੇਕਨੈਸ ਘਟਣੀ ਚਾਹੀਦੀ ਸਾਡੀ ਇੰਡਸਟਰੀ ਦੀ। ਔਰ ਮੈਂ ਇਸ ਇੰਡਸਟਰੀ ਦੇ ਨਾਲੋਂ ਥੋੜ੍ਹਾ ਜਿਹਾ ਦੂਰੀ ਇਸ ਕਰਕੇ ਬਣਾਈ ਹੋਈ ਆ ਕਿ ਮੈਨੂੰ ਫੇਕ ਲੋਕ ਨਹੀਂ ਪਸੰਦ ਹੈਗੇ। ਮੈਂ ਫੇਕ ਲੋਕਾਂ ਦੇ ਨਾਲ ਨਾ ਤਾਂ ਬੈਠ ਸਕਦੀ ਹਾਂ, ਨਾ ਮੈਂ ਉਹਨਾਂ ਦੀ 2 ਮਿੰਟ ਗੱਲ ਵੀ ਸੁਣ ਸਕਦੀ ਹਾਂ। ਤੇ ਬਾਕੀ ਪੈਸੇ ਦੀ ਇੰਡਸਟਰੀ ਹੈ, ਜਿਹਦੇ ਕੋਲ ਪੈਸਾ ਹੈਗਾ ਅੱਜ ਕੱਲ੍ਹ ਲਾ ਵੀ ਰਿਹਾ। ਇਹ ਕਿਹਾ ਜਾਂਦਾ ਕਿ ਪੈਸੇ ਦੀ ਇੰਡਸਟਰੀ ਹੈ, ਇਹ ਨਹੀਂ ਆ। ਪੈਸੇ ਦੀ ਇੰਡਸਟਰੀ ਨਹੀਂ ਹੈ। ਪੈਸਾ ਲਾ ਕੇ ਤੁਸੀਂ ਚੈਨਲ 'ਤੇ ਗਾਣਾ ਚਲਾ ਲਓਗੇ, ਪੈਸਾ ਲਾ ਕੇ ਤੁਸੀਂ YouTube 'ਤੇ ਵਿਊ ਕਰਾ ਲਓਗੇ, ਪਰ ਚੱਲਣਾ ਕੀ ਐਂਡ ਦੇ ਵਿੱਚ? ਨਾ ਤਾਂ ਕਿਸੇ ਆਰਟਿਸਟ ਨੂੰ ਕੋਈ ਚੈਨਲ ਹਿੱਟ ਕਰ ਸਕਦਾ, ਨਾ ਹੀ ਕੋਈ YouTube ਦੇ ਵਿਊ ਹਿੱਟ ਕਰ ਸਕਦੇ ਆ, ਨਾ ਹੀ ਕੋਈ ਕੰਪਨੀ ਹਿੱਟ ਕਰ ਸਕਦੀ ਆ। ਅਗਰ ਕੋਈ ਆਰਟਿਸਟ ਚੱਲਦਾ ਅੱਜ ਦੇ ਟਾਈਮ 'ਚ, ਉਹ ਆਪਣੇ ਟੈਲੈਂਟ 'ਤੇ ਚੱਲਦਾ, ਜਾਂ ਸਭ ਤੋਂ ਵੱਡੀ ਅਗਰ ਕੋਈ ਗੱਲ ਆ, ਉਹ ਚਲਾਉਂਦੇ ਆ ਲੋਕ ਜਿਹੜੇ ਇਸ ਟਾਈਮ ਦੇਖ ਰਹੇ ਆ। ਜੇ ਤੁਸੀਂ ਲੋਕ ਨਾ ਹੋਵੋ, ਕੋਈ ਆਰਟਿਸਟ ਗੱਜ ਨਹੀਂ ਸਕਦਾ ਅੱਜ ਦੇ ਟਾਈਮ 'ਚ, ਝੱਗ ਵਾਂਗੂ ਬਿਠਾ ਦੋਗੇ ਤੁਸੀਂ। ਸੋ ਲੋਕੀ ਬਣਾਉਣ ਵਾਲੇ ਹੁੰਦੇ ਆ, ਕੋਈ ਚੈਨਲ ਨਹੀਂ ਕਿਸੇ ਨੂੰ ਬਣਾ ਸਕਦਾ, ਆਰਟਿਸਟ ਕਿਸੇ ਨੂੰ ਹਿੱਟ ਨਹੀਂ ਕਰ ਸਕਦਾ, ਕੋਈ ਕੰਪਨੀ ਨਹੀਂ ਕਿਸੇ ਨੂੰ ਹਿੱਟ ਕਰ ਸਕਦੀ। ਹਾਂ, ਇੰਨਾ ਜ਼ਰੂਰ ਹੈਗਾ ਕਿ ਕੋਈ ਮੈਨੇਜਮੈਂਟ ਕਿਸੇ ਦੀ ਹੈਗੀ ਆ, ਬੜੀ ਸਟਰੋਂਗ ਹੈਗੀ ਆ, ਉਹ ਹੈਲਪ ਕਰ ਸਕਦੀ ਤੁਹਾਨੂੰ, ਬਟ ਹਿੱਟ ਹੋਣਾ ਉਹ ਜਾਂ ਤਾਂ ਆਰਟਿਸਟ ਦੇ ਆਪਣੇ ਟੈਲੈਂਟ 'ਤੇ ਹੁੰਦਾ, ਜਾਂ ਲੋਕਾਂ 'ਤੇ ਹੁੰਦਾ ਕਿ ਉਹ ਲੋਕ ਕਿਹਨੂੰ ਐਕਸੈਪਟ ਕਰਦੇ ਆ। ਸੋ ਮੁੱਕਦੀ ਗੱਲ ਇੱਥੇ ਆ, ਹੁਣ ਕਿੰਨੇ ਆਰਟਿਸਟ ਹੈਗੇ ਆ ਜਿਹੜੇ ਇਸ ਟਾਈਮ ਆਪਣੇ ਦਮ 'ਤੇ ਚੱਲ ਰਹੇ ਆ। ਸਭ ਤੋਂ ਵੱਡਾ ਨਾਮ ਹੈ ਤੁਹਾਨੂੰ ਅਗਰ ਮੈਂ ਲੈਦਾ ਅੱਜ ਦੇ ਟਾਈਮ ਦੇ ਵਿੱਚ, ਜਿਹੜਾ ਮੈਂ ਜਦੋਂ ਮੈਂ ਬੋਲਦੀ ਸੀਗੀ, ਮੈਂ ਕਿਸੇ ਟੌਪਿਕ 'ਤੇ ਬੋਲਦੀ ਸੀ, ਹੁਣ ਤਾਂ ਮੈਂ ਛੱਡਿਆ ਹੋਇਆ ਬੋਲਣਾ, ਪਰ ਮੈਂ ਜਦੋਂ ਵੀ ਬੋਲੀ ਮੈਂ ਕਿਸੇ ਗੱਲ 'ਤੇ ਬੋਲਦੀ ਸੀ, ਮੈਂ ਸਹੀ ਗੱਲ ਦੇ ਨਾਲ ਖੜਦੀ ਸੀਗੀ। ਜਦੋਂ ਬੇਅਦਬੀ ਹੋਈ ਸੀਗੀ ਗੁਰੂ ਗ੍ਰੰਥ ਸਾਹਿਬ ਦੀ ਅੱਜ 2016 ਦੇ ਵਿੱਚ, ਉਸ ਵੇਲੇ ਕੋਈ ਇੰਡਸਟਰੀ ਦਾ ਬੰਦਾ ਨਹੀਂ ਸੀ ਆ ਕੇ ਖੜਿਆ। ਜੇ ਕੋਈ ਆਇਆ ਵੀ ਸੀਗਾ ਤਾਂ ਘਰਾਂ ਦੇ ਵਿੱਚੋਂ ਹੀ ਉਹਨਾਂ ਨੇ ਵੀਡੀਓਜ਼ ਬਣਾਤੀਆਂ, ਚੈਨਲਾਂ ਨੇ ਚਲਾਤੀਆਂ। ਮੈਨੂੰ ਤਾਂ ਉਸ ਵੇਲੇ ਕਿਸੇ ਚੈਨਲ ਨੇ ਵੀ ਸਪੋਰਟ ਨਹੀਂ ਕੀਤਾ। ਮੈਂ ਤਾਂ ਉੱਥੇ ਜਾ ਕੇ ਧਰਨੇ ਦੇ ਉੱਤੇ ਮੈਂ ਜਾ ਕੇ ਬਹਿ ਕੇ ਵੀ ਆਈ ਹਾਂ, ਮੈਂ ਆਪਣੇ ਵਿਚਾਰ ਵੀ ਲੋਕਾਂ ਦੇ ਨਾਲ ਸਾਂਝੇ ਕੀਤੇ ਸੀਗੇ, ਜਦ ਕਿ ਮੈਨੂੰ ਬਹੁਤ ਖਤਰਾ ਸੀ ਉਸ ਵੇਲੇ, ਕਿਉਂਕਿ ਲੋਕ ਜਿਹੜੇ ਆਮ ਲੋਕ ਸੀਗੇ ਉਸ ਵੇਲੇ ਬਹੁਤ ਖਫਾ ਸੀਗੇ ਇੰਡਸਟਰੀ ਦੇ ਨਾਲ ਕਿ ਇੰਡਸਟਰੀ ਦੇ ਵਿੱਚ ਕੋਈ ਬੋਲਿਆ ਨਹੀਂ ਗਾ। ਉੱਥੇ ਬਹੁਤ ਗੁੱਸੇ ਦੇ ਵਿੱਚ ਵੀ ਸੀਗੇ ਲੋਕ। ਹੋ ਸਕਦਾ ਕਿ ਮੈਨੂੰ ਉੱਥੋਂ ਦੀ ਬੇਇੱਜ਼ਤ ਵੀ ਕੀਤਾ ਜਾਂਦਾ, ਹੋ ਸਕਦਾ ਸੀ ਇਹ ਚੀਜ਼, ਬਟ ਨਹੀਂ ਹੋਈ। ਮੈਂ ਹਮੇਸ਼ਾ ਇਸ ਮਾਮਲੇ ਦੇ ਵਿੱਚ ਬਹੁਤ ਲੱਕੀ ਰਹੀ ਹਾਂ ਕਿ ਮੈਨੂੰ ਹਮੇਸ਼ਾ ਇੱਜ਼ਤ ਹੀ ਮਿਲੀ ਆ ਹਰ ਜਗ੍ਹਾ ਤੋਂ। ਸੋ ਇਸ ਕਰਕੇ ਲੋਕ ਸਾਥ ਹੁੰਦੇ ਆ ਤਾਂ ਸਭ ਕੁਛ ਹੁੰਦਾ, ਔਰ ਉਹ ਪਰਮਾਤਮਾ ਤੁਹਾਡੇ ਨਾਲ ਹੈਗਾ ਤੇ ਤੁਹਾਨੂੰ ਕੋਈ ਮਾਰ ਨਹੀਂ ਸਕਦਾ, ਤੁਹਾਨੂੰ ਕੋਈ ਹਰਾ ਨਹੀਂ ਸਕਦਾ। ਹਿੰਮਤ ਨਹੀਂ ਹਾਰਨੀ ਚਾਹੀਦੀ। ਸਭ ਤੋਂ ਵੱਡੀ ਚੀਜ਼ ਹੈ ਤੁਹਾਡਾ ਸੈਲਫ ਕੌਨਫੀਡੈਂਸ ਔਰ ਆਪਣੇ ਆਪ 'ਤੇ ਵਿਸ਼ਵਾਸ। ਇਹ ਚੀਜ਼ ਸਭ ਤੋਂ ਜ਼ਰੂਰੀ ਆ। ਔਰ ਸੁਸ਼ਾਂਤ ਲਈ ਮੈਂ ਇੱਕੋ ਗੱਲ ਕਹਿਣਾ ਚਾਹੂੰਗੀ ਕਿ ਉਹ ਅਗਰ ਉਹ ਕਿਸੇ ਨਾਲ ਗੱਲ ਕਰਦਾ, ਉਹਨੂੰ ਸਮਝਾਉਣ ਵਾਲਾ ਕੋਈ ਸਹੀ ਬੰਦਾ ਹੁੰਦਾ ਤਾਂ ਸ਼ਾਇਦ ਅੱਜ ਉਹ ਸਟੈਪ ਨਾ ਚੱਕਦਾ।
ਇਸ ਤਰ੍ਹਾਂ ਦਾ ਬਹੁਤ ਸਾਰੀਆਂ ਗੱਲਾਂ ਨੇ। ਉਹਦੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਇਹ ਤਾਂ ਬਾਅਦ 'ਚ ਗੱਲ ਪਤਾ ਲੱਗੂਗੀ, ਪਰ ਜਿੰਨੀਆਂ ਕੁ ਗੱਲਾਂ ਸਾਹਮਣੇ ਆਇਆ ਇੰਡਸਟਰੀ ਨੇ ਉਹਨੂੰ ਬੈਨ ਕੀਤਾ, ਇਹ ਗੱਲ ਸਾਹਮਣੇ ਆਈ ਆ। ਹੋ ਵੀ ਸਕਦਾ, ਔਰ ਕੋਈ ਵੀ ਇੰਨੀ ਖੂਬਸੂਰਤ ਜ਼ਿੰਦਗੀ ਨੂੰ ਐਵੇਂ ਹੀ ਅਲਵਿਦਾ ਕਹਿ ਕੇ ਨਹੀਂ ਜਾ ਸਕਦਾ, ਆਪਣੇ ਆਪ ਖ਼ਤਮ ਨਹੀਂ ਕਰ ਸਕਦਾ ਆਪਣੀ ਜ਼ਿੰਦਗੀ ਨੂੰ। ਸੋ ਉਹਦੇ ਨਾਲ ਉਹਨੂੰ ਕਿੰਨਾ ਕੁ ਪ੍ਰੈਸ਼ਰਾਈਜ਼ ਕੀਤਾ ਹੋਊਗਾ, ਕਿੰਨਾ ਕੁ ਉਹਨੂੰ ਟੌਰਚਰ ਕੀਤਾ ਹੋਊਗਾ, ਉਹ ਕਿੰਨਾ ਟੌਰਚਰ ਹੋਇਆ ਹੋਊਗਾ ਉਹਨਾਂ ਚੀਜ਼ਾਂ ਤੋਂ। ਐਕਸਪੈਕਟੇਸ਼ਨਸ ਦੀ ਗੱਲ ਕਰ ਰਹੀ ਹਾਂ, ਉਹ ਇੱਕ ਹਾਇਰ ਐਕਸਪੈਕਟੇਸ਼ਨ ਜਦੋਂ ਬੰਦਾ ਆਪਣੇ ਆਪ ਤੋਂ ਵੀ ਰੱਖਣਾ ਸ਼ੁਰੂ ਕਰ ਦਿੰਦਾ। ਬੰਦਾ ਹਾਰਦਾ ਕਦੋਂ? ਜਦੋਂ ਉਹਨੂੰ ਕੋਈ ਰਾਹ ਨਹੀਂ ਦਿਖਦਾ, ਉਸ ਵੇਲੇ ਹਾਰਦਾ। ਸੋ ਜਦੋਂ ਰਾਹ ਨਹੀਂ ਕੋਈ ਦਿਖਦਾ, ਉਸ ਵੇਲੇ ਕੋਈ ਹੁੰਦਾ, ਉਹਦੀ ਫੈਮਿਲੀ ਹੁੰਦੀ ਹੈ ਜਾਂ ਉਹਦੇ ਦੋਸਤ ਹੁੰਦੇ ਆ, ਕੋਈ ਇਹੋ ਜਿਹਾ ਹੁੰਦਾ ਜਿਹੜਾ ਉਹਨੂੰ ਸੁਣੇ ਔਰ ਉਹਨੂੰ ਸਮਝਾ ਸਕੇ ਔਰ ਸਮਝ ਸਕੇ। ਸੋ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਜ਼ਰੂਰੀ ਹੈ ਕਿ ਸਾਡੀ ਜ਼ਿੰਦਗੀ 'ਚ ਇੱਕ ਅੱਧਾ ਬੰਦਾ ਇਹੋ ਜਿਹਾ ਹੋਏ ਜਿਹੜਾ ਤੁਹਾਨੂੰ ਸੁਣ ਸਕੇ, ਤੁਹਾਨੂੰ ਸਮਝ ਸਕੇ। ਉਹ ਸਾਰੀ ਦੁਨੀਆ ਨੂੰ, ਸਾਰੀ ਇੰਡਸਟਰੀ ਨੂੰ ਪਤਾ, ਦੁਨੀਆ ਨੂੰ ਵੀ ਪਤਾ, ਆਮ ਦੁਨੀਆ ਨੂੰ ਵੀ, ਉਹ ਕਿਹੜਾ ਗਰੁੱਪ ਇੱਥੇ ਬਕਵਾਸ ਕਰਦਾ। ਉਹ ਹਰ ਇੱਕ ਤੋਂ ਮੱਚਦੇ ਰਹਿੰਦੇ ਆ, ਮਿਰਚਾਂ ਲੱਗਦੀਆਂ ਉਹਨਾਂ ਨੂੰ, ਉਹ ਮੱਚਦੇ 9-11 ਤੋਂ ਵੀ ਮੱਚਦੇ ਆ। ਐਵੇਂ ਮਚੀ ਜਾਣਗੇ, ਐਵੇਂ ਮਚੀ ਜਾਣਗੇ, ਕੀ ਫਾਇਦਾ? ਆਪ ਕੁਛ ਕਰ ਨਹੀਂ ਸਕਦੇ ਤੁਸੀਂ ਦੂਜਿਆਂ ਦੀ ਕਮੀਆਂ ਤੁਸੀਂ ਲੱਭਦੇ ਰਹਿੰਦੇ ਹੋ। ਰੋਕ ਲਓ ਫਿਰ, ਆਪਦੇ ਪਿਓ ਨੂੰ ਰੋਕ ਲਓ, ਜਾ ਕੇ ਜਾਓ, ਜੇ ਉਹ ਰੋਕ ਸਕਦੇ ਹੋ ਤਾਂ। ਸਹੀ ਟੱਕਰਿਆ ਤੁਹਾਨੂੰ ਬੰਦਾ। ਹੁਣ ਜੇ ਮੇਰੇ ਤੋਂ ਬਾਅਦ ਕੋਈ ਬੋਲਣ ਵਾਲਾ ਆਇਆ ਤਾਂ ਉਹੀ ਆਇਆ, ਫਿਰ ਤੇ ਸਵਾਦ ਲਿਆਇਆ ਪਿਆ ਉਹਨੇ, ਹਨੇਰੀ ਲਿਆਈ ਪਈ ਆ। ਇੱਕ ਬਹੁਤ ਵੱਡਾ ਐਗਜ਼ਾਮਪਲ ਹੋਇਆ ਸਾਡੇ ਇੰਡਸਟਰੀ ਦੇ ਵਿੱਚ, ਔਰ ਉਹਨਾਂ ਨਾਲ ਮੇਰਾ ਬਹੁਤ ਪਿਆਰ ਹੈ, ਬਹੁਤ ਜ਼ਿਆਦਾ। ਉਹਨਾਂ ਦੇ ਨਾਲ ਮੈਂ 2010 ਦੇ ਵਿੱਚ ਸ਼ੋਅ ਕੀਤੇ ਸੀਗੇ, 2010-11 ਦੇ ਵਿੱਚ। ਐਂਡ ਇੰਨੇ ਕੁ ਹੰਬਲ, ਇੰਨੇ ਮੈਨੂੰ ਐਂ ਲੱਗਿਆ ਮੇਰੀ ਵੱਡੀ ਭੈਣ ਮੇਰੇ ਨਾਲ ਹੈ। ਮੈਂ ਕਦੇ, ਮੈਨੂੰ ਇਹ ਮਹਿਸੂਸ ਹੀ ਨਹੀਂ ਹੋਇਆ ਕਿ ਇਹ ਵੀ ਇੰਡਸਟਰੀ 'ਚ ਲੋਕ ਨੇ, ਰੱਬ ਵਰਗੇ, ਰੱਬ ਦੇ ਰੂਪ ਵਰਗੇ ਲੋਕ ਨੇ, ਜਿਨ੍ਹਾਂ 'ਚ ਕੋਈ ਜੈਲਸ ਨਹੀਂ। ਹਮੇਸ਼ਾ ਉਹਨਾਂ ਨੇ ਪਿਆਰ ਹੀ ਦੂਜਿਆਂ 'ਤੇ ਸੁੱਟਿਆ, ਹਮੇਸ਼ਾ ਪਿਆਰ। ਜੈਲਸ ਤੋਂ ਮੈਨੂੰ ਨਹੀਂ ਸਮਝ ਆਉਂਦਾ, ਜੈਲਸ ਤੋਂ ਤੁਹਾਨੂੰ ਮਿਲਦਾ ਕੀ ਆ? ਤੁਸੀਂ ਇੰਨੀ ਨੈਗੇਟਿਵਿਟੀ ਇੱਥੇ ਸੋਸ਼ਲ ਮੀਡੀਆ 'ਤੇ ਆ ਕੇ ਖਿਡਾਉਂਦੇ ਹੋ, ਕਾਹਦੇ ਲਈ? ਜਿਹਦੇ ਤੁਸੀਂ ਫੈਨ ਹੋ, ਤੁਸੀਂ ਉਹਦੇ ਫੈਨ ਰਹੋ। ਤੁਹਾਨੂੰ ਪਤਾ ਨਹੀਂ ਕੀ ਮਿਲਦਾ, ਕਿਹੜਾ ਇੱਥੇ ਵਿਟਾਮਿਨ ਮਿਲ ਜਾਂਦਾ ਤੁਹਾਨੂੰ ਦੂਜੇ ਨੂੰ ਗਲਤ ਬੋਲ ਕੇ। ਪਰ ਚਲੋ, ਇਟਸ ਓਕੇ। ਜਿਹਨੂੰ ਖੁਸ਼ੀ ਮਿਲਦੀ ਆ ਉਹ ਕਰ ਲੇ। ਤੁਸੀਂ ਕਿਸੇ ਨੂੰ ਦੇਖੋ, ਕੋਈ ਕਿਸੇ ਨੂੰ ਨਹੀਂ ਰੋਕ ਸਕਦਾ, ਕੋਈ ਕਿਸੇ ਨੂੰ ਨਹੀਂ ਰੋਕ ਸਕਦਾ, ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲੇ। ਜੋ ਪਰਮਾਤਮਾ ਨੇ ਇੱਥੇ ਲਿਖਿਆ ਨਾ, ਤਾਂ ਉਹਨੂੰ ਕੋਈ ਮਿਟਾ ਨਹੀਂ ਸਕਦਾ। ਤੁਸੀਂ ਜਿੰਨਾ ਮਰਜ਼ੀ ਨੈਗੇਟਿਵਿਟੀ ਫੈਲਾ ਲਓ, ਕਿੰਨਾ ਮਰਜ਼ੀ ਤੁਸੀਂ ਆਪਣਾ ਜ਼ੋਰ ਲਾ ਲਓ, ਪਰ ਹੋਣਾ ਉਹੀ ਹੈ ਜੋ ਪਰਮਾਤਮਾ ਨੇ ਉਸ ਦੀ ਝੋਲੀ 'ਚ ਪਾ ਕੇ ਭੇਜਿਆ। ਉਹਨੂੰ ਓਨਾ ਹੀ ਮਿਲਣਾ, ਨਾ ਉਹ ਤੋਂ ਵੱਧ ਮਿਲਣਾ, ਨਾ ਘੱਟ ਮਿਲਣਾ, ਉਹਨੂੰ ਓਨਾ ਹੀ ਮਿਲਣਾ। ਜਿਹੜਾ ਅੱਜ ਦਾ ਲਾਈਵ ਹੈਗਾ, ਇਹ ਲਾਈਵ ਹੀ ਸੁਸ਼ਾਂਤ ਸਿੰਘ ਰਾਜਪੂਤ ਨੂੰ ਲੈ ਕੇ ਸੀਗਾ ਕਿ, ਔਰ ਉਹਦੇ ਵਿੱਚੋਂ ਮੈਨੂੰ ਇਹ ਲੱਗਿਆ ਕਿ ਕੁਝ ਗੱਲਾਂ ਮੇਰੇ ਨਾਲ ਰਿਲੇਟ ਕਰਦੀਆਂ, ਸੁਸ਼ਾਂਤ ਦੀਆਂ ਕੁਝ ਗੱਲਾਂ ਮੇਰੇ ਨਾਲ ਰਿਲੇਟ ਕਰਦੀਆਂ। ਮੈਂ ਖੁੱਲ੍ਹ ਕੇ ਨਹੀਂ ਹਾਲੇ ਤੱਕ ਉਹਨਾਂ ਚੀਜ਼ਾਂ 'ਤੇ ਬੋਲੀ, ਨਾ ਮੈਂ ਬੋਲਣਾ ਚਾਹੁੰਦੀ ਹਾਂ, ਕਿਉਂਕਿ ਫਿਰ ਐਵੇਂ ਲੱਗਦਾ ਕਿ ਸਿੰਪਥੀ ਗੇਨ ਕਰਨਾ ਚਾਹੁੰਦੇ ਆ, ਜਾਂ ਅਟਰੈਕਸ਼ਨ ਲੈਣਾ ਚਾਹੁੰਦੇ ਆ, ਜਾਂ ਪਬਲਿਸਿਟੀ ਕਰਨਾ, ਸਟੰਟ ਹੈਗਾ ਜੀ, ਫਲਾਣਾ ਹੈ, ਧਮਕਾਉਣਾ ਹੈ। ਅਤੇ ਆਹ ਚੀਜ਼ਾਂ 'ਤੇ ਮੈਂ ਜਾਣਾ ਹੀ ਨਹੀਂ ਚਾਹੁੰਦੀ ਕਿ ਮੈਂ ਕੀ ਫੇਸ ਕੀਤਾ। ਮੈਂ ਛੋਟੀਆਂ ਤੁਹਾਨੂੰ ਗੱਲਾਂ ਦੱਸੀਆਂ ਕਿ ਇੰਡਸਟਰੀ ਦੇ ਵਿੱਚ ਤੁਹਾਨੂੰ ਮਾੜੇ ਲੋਕ ਵੀ ਮਿਲਦੇ ਆ, ਤੁਹਾਨੂੰ ਚੰਗੇ ਲੋਕ ਵੀ ਮਿਲਦੇ ਆ, ਔਰ ਤੁਹਾਨੂੰ ਪਹਿਚਾਣ ਕਰਨੀ ਆਉਣੀ ਚਾਹੀਦੀ ਆ। ਯੈਸ, ਕੋਈ ਵੀ ਬੰਦੇ ਦੇ ਮੂੰਹ 'ਤੇ ਨਹੀਂ ਲਿਖਿਆ ਹੁੰਦਾ, ਮੱਥੇ 'ਤੇ ਨਹੀਂ ਲਿਖਿਆ ਹੁੰਦਾ ਚੰਗਾ ਜਾਂ ਮਾੜਾ, ਪਰ ਜਦੋਂ ਤੁਸੀਂ ਐਕਸਪੀਰੀਅੰਸ ਕਰ ਲੈਂਦੇ ਹੋ, ਤੁਹਾਨੂੰ ਬਾਅਦ 'ਚ ਪਤਾ ਲੱਗਦਾ ਕਿ ਇਹ ਮਾੜਾ ਸੀ ਬੰਦਾ। ਔਰ ਤੁਹਾਨੂੰ ਇਹ ਇੰਡਸਟਰੀ ਦੇਖੋ, ਨੈਪੋਟਿਜ਼ਮ ਤਾਂ ਆਪਣੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਹੈ ਹੀ ਨਹੀਂਗਾ। ਔਰ ਇਹ ਸਾਡਾ ਰਿਕਾਰਡ ਰਿਹਾ ਕਿ ਆਪਣੀ ਇੰਡਸਟਰੀ ਦੇ ਵਿੱਚ ਜਿਹੜਾ ਵੀ ਸਟਾਰ ਕਿਡ ਆਇਆ, ਜਾਂ ਕੋਈ ਵੀ ਆਪਾਂ ਤਾਂ ਦੇਖੋ, ਮੈਂ ਸਿੰਗਰ ਆ, ਮੈਂ ਸਿੰਗਰ ਦੀ ਗੱਲ ਕਰੂੰਗੀ, ਜਿੰਨੇ ਵੀ ਸਿੰਗਰ ਆ ਉਹਨਾਂ ਦੇ ਬੱਚੇ ਆਏ ਆ, ਉਹ ਨਹੀਂ ਸਕਸੈਸਫੁਲ ਹੋਏ। ਸੋ ਨੈਪੋਟਿਜ਼ਮ ਦੀ ਤਾਂ ਆਪਣੀ ਇੰਡਸਟਰੀ 'ਚ ਤਾਂ ਕੋਈ ਗੱਲ ਹੀ ਨਹੀਂ ਰਹਿ ਗਈ। ਔਰ ਬਾਲੀਵੁੱਡ 'ਚ ਤਾਂ ਮੈਂ ਕਦੇ ਗਈ ਨਹੀਂ ਆ, ਮੈਂ ਹਾਲੇ ਤੱਕ ਕੰਮ ਹੀ ਨਹੀਂ ਕੀਤਾ ਉੱਥੇ, ਬਟ ਨੈਪੋਟਿਜ਼ਮ ਉੱਥੇ ਜ਼ਰੂਰ ਹੈਗਾ ਉੱਥੇ, ਕਿਉਂਕਿ ਉਹ ਗੜ੍ਹ ਹੈਗਾ, ਉਹ ਫਿਲਮ ਇੰਡਸਟਰੀ ਇੱਕ ਗੜ੍ਹ ਹੈਗੀ ਆ, ਬੋਂਬੇ ਗੜ੍ਹ ਹੈਗਾ। ਉੱਥੇ
ਉਹ ਹੋਰ ਚੀਜ਼ਾਂ ਨੇ, ਉਹ ਹੋਰ ਲੈਵਲ ਤੇ ਗੱਲਾਂ ਆ। ਉਹ ਜਿੰਨਾ ਕੁ ਅਸੀਂ ਸੁਣਿਆ ਕਿ ਪੂਰੀ ਇੰਡਸਟਰੀ ਅਗਰ ਏਕਾ ਕਰ ਲੇ ਨਾ ਤਾਂ ਕਿਸੇ ਵੀ ਆਰਟਿਸਟ ਨੂੰ ਮਜਬੂਰ ਕਰ ਸਕਦੀ ਆ। ਉਹ ਅਸੀਂ ਸੁਸ਼ਾਂਤ ਦੇ ਨਾਲ ਦੇਖਿਆ ਵੀ ਜੋ ਉਹਦੇ ਨਾਲ ਹੋਇਆ। ਔਰ ਇਹ ਚੀਜ਼ਾਂ ਮੈਂ ਵੀ ਫੀਲ ਕੀਤੀਆਂ ਕਿ ਮੇਰੇ ਨਾਲ ਮਿਲਦੀਆਂ ਜੁਲਦੀਆਂ ਚੀਜ਼ਾਂ ਹੋਈਆਂ। ਇਸ ਕਰਕੇ ਮੈਂ ਇਹ ਗੱਲ ਕਹੀ, ਕੋਈ ਚੈਨਲ ਕਿਸੇ ਆਰਟਿਸਟ ਨੂੰ ਹਿੱਟ ਨਹੀਂ ਕਰਦਾ। ਮੈਂ ਇਹ ਗੱਲ ਜਾਣ ਕੇ ਕਹੀ ਆ। ਉਹਦੇ ਪਿੱਛੇ ਕੋਈ ਰੀਜ਼ਨ ਸੀਗਾ। ਕੋਈ ਚੈਨਲ ਨਹੀਂ ਹਿੱਟ ਕਰਦਾ, ਕੋਈ ਕੰਪਨੀ ਨਹੀਂ ਕਰਦੀ, ਕਿਉਂਕਿ ਇਹ ਚੀਜ਼ਾਂ ਮੈਂ ਫੇਸ ਕਰ ਚੁੱਕੀ ਹਾਂ ਔਰ ਪਿਛਲੇ 4-5 ਸਾਲਾਂ ਤੋਂ ਮੈਂ ਫੇਸ ਕਰ ਰਹੀ ਹਾਂ। ਔਰ ਮੈਨੂੰ ਕਿਸੇ ਚੈਨਲ ਦੀ, ਮੈਂ ਨਹੀਂ ਇਹ ਕਹਿੰਦੀ, ਬਹੁਤ ਸਾਰੇ ਚੈਨਲ ਨੇ ਬਹੁਤ ਅੱਛੇ ਆ ਔਰ ਇੱਕ ਕਹੇ ਤੇ ਆ ਗਾਣਾ ਚਲਾਉਂਦੇ ਤੁਹਾਡਾ ਵੀ, ਹਾਂਜੀ ਗਾਣਾ ਆ ਗਿਆ ਜੀ, ਓਕੇ ਭੇਜੋ ਗਾਣਾ, ਖੁਦ ਮੰਗਦੇ ਆ, ਫੋਨ ਕਰਨਗੇ, ਉਹ आपकी ज़रूरत है वहाँ पे, आप वहाँ पहुँचिए। बंदा पहुँच जाता है, तो जो आपकी वारी आती है तो दे आस्क फॉर मनी। सो इट्स ऑल अबाउट गिव एंड टेक। इट्स ऑल अबाउट गिव एंड टेक। मैं तो एको गल कहनी हाँ, अज के टाइम च थोड़े आप च जुरत हैगी है ना, थोड़े आप दे विच ਉਹ ਪਾਵਰ ਹੈਗੀ ਆ, ਤੁਹਾਡੇ 'ਚ ਪੈਸ਼ਨ ਹੈਗਾ, ਨਹੀਂ ਰੋਕ ਸਕਦਾ। ਐਂਡ ਬਿਗ ਐਗਜ਼ਾਮਪਲ ਹੈ ਸਿੱਧੂ ਮੂਸੇਵਾਲਾ। ਅੱਜ ਸਾਰੀ ਦੁਨੀਆ ਉਹਦੇ ਪਿੱਛੇ ਲੱਗੀ ਹੋਈ ਆ। ਮੈਂ ਨਹੀਂ ਸੁਣਦੀ ਸੀਗੀ ਗਾਣੇ ਸਿੱਧੂ ਦੇ। ਪਹਿਲਾ ਗਾਣਾ ਮੈਂ 2017 'ਚ, ਉਦੋਂ ਪਹਿਲੀ ਵਾਰ ਮੈਂ ਅਮਰੀਕਾ ਸੀਗੀ ਔਰ ਮੈਂ ਉੱਥੇ ਗਾਣਾ ਸੁਣਿਆ। ਮੈਨੂੰ ਗਾਣਾ ਬਹੁਤ ਪਸੰਦ ਆਇਆ ਤੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਮੈਂ ਸੁਣਿਆ। ਉਸ ਤੋਂ ਬਾਅਦ ਮੈਂ ਇੰਨਾ ਫੋਲੋ ਨਹੀਂ ਕੀਤਾ ਕਦੇ, ਬਟ ਆ ਪਿਛਲੇ 6-7 ਮਹੀਨਿਆਂ ਤੋਂ ਜਾਂ ਸਾਲ ਤੋਂ ਕਹਿ ਲਓ, ਮੈਨੂੰ ਸਿੰਗਰ ਤੋਂ ਬਾਅਦ ਦੀ ਗੱਲ ਹੈ, ਇੱਕ ਇਨਸਾਨ ਦੇ ਤੌਰ ਤੇ ਮੈਂ ਉਸ ਬੰਦੇ ਨੂੰ ਮੈਨੂੰ ਚੰਗਾ ਲੱਗਿਆ। ਉਹ ਘੱਟੋ ਘੱਟ ਬੋਲਦਾ ਤੇ ਹੈ। ਸਾਡੀ ਇੰਡਸਟਰੀ 'ਚ ਤਾਂ ਇਹ ਬੰਦੇ ਸਿੰਗਰ, ਜਿਹੜੇ ਮੁੰਡੇ ਸਿੰਗਰ ਹੈਗੇ, ਉਹਨਾਂ 'ਚ ਇੰਨੇ ਗਟਸ ਨਹੀਂ ਹੈਗੇ ਕਿ ਉਹ ਬੋਲ ਸਕਣ। ਉਹਦਾ ਕੁੜੀਆਂ ਦੇ ਵਾਂਗੂ ਐ, ਉਹ ਕੁੱਤਾ ਨਹੀਂ ਜਿਵੇਂ ਪੂੰਛ ਨੂੰ ਦਬਾ ਕੇ ਭੱਜ ਜਾਂਦਾ, ਐ ਬਹਿ ਜਾਂਦਾ। ਉਹ ਸਾਡੇ ਕਰੀਅਰ ਤੇ ਫਰਕ ਪਊਗਾ, ਸਾਨੂੰ ਸ਼ੋਅ ਮਿਲਣੇ ਬੰਦ ਹੋ ਜਾਣਗੇ। ਉਹ ਘੱਟੋ ਘੱਟ ਜੁਰਤ ਵਾਲਾ ਬੰਦਾ ਤਾਂ ਹੈਗਾ, ਬੋਲਦਾ ਤੇ ਆ। ਔਰ ਮੈਨੂੰ ਆਹੀ ਚੀਜ਼ ਉਹਦੇ 'ਚ ਚੰਗੀ ਲੱਗੀ ਕਿ ਬੰਦਾ ਬੰਦਿਆਂ ਦੀ ਤਰ੍ਹਾਂ ਹੋਣਾ ਚਾਹੀਦਾ। ਸੋ ਆਹ ਚੀਜ਼ ਮੈਨੂੰ ਚੰਗੀ ਲੱਗੀ ਸਿੱਧੂ ਦੀ, ਇਸ ਕਰਕੇ ਮੈਂ ਉਹਨੂੰ ਐਪਰੀਸ਼ੀਏਟ ਵੀ ਕਰਦੀ ਹਾਂ। ਐਂਡ ਸਾਰੀ ਦੁਨੀਆ ਪਿੱਛੇ ਲਾਈ ਹੋਈ ਆ।